ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਿਧਾਂਤਾਂ ਉੱਤੇ ਵਿਚਾਰ ਦੀ ਚੱਲ ਰਹੀ ਲੜੀ ਵਿੱਚ ਅੱਜ ਅਸੀਂ ਰਾਜ ਯੋਗ ਦੀ ਗੱਲ ਕਰਾਂਗੇ। ਕਈ ਲੋਕ ਇਹ ਵਿਚਾਰ ਪ੍ਰਗਟ ਕਰਦੇ ਹਨ ਕਿ ਧਰਮੀ ਬੰਦਿਆਂ ਦਾ ਸਿਆਸਤ ਨਾਲ ਕੋਈ ਸੰਬੰਧ ਨਹੀਂ, ਰਾਜਨੀਤੀ ਨਾਲ ਕੋਈ ਸੰਬੰਧ ਨਹੀਂ। ਧਰਮ ਕੀ ਤੇ ਰਾਜਨੀਤੀ ਕੀ, ਰਾਜਨੀਤੀ ਚੋਰ ਬਾਜ਼ਾਰੀ ਹੈ, ਧਰਮ ਸੱਚ ਦਾ ਮਾਰਗ ਹੈ। ਗੁਰਬਾਣੀ ਇਸ ਚੀਜ਼ ਨੂੰ ਨਕਾਰਦੀ ਹੈ। ਗੁਰਬਾਣੀ ਅਨੁਸਾਰ ਇੱਕ ਧਰਮੀ ਬੰਦਾ ਉਹ ਰਾਜਨੀਤੀ ਵੀ ਕਰ ਸਕਦਾ ਹੈ, ਕਿਉਂਕਿ ਰਾਜਨੀਤਿਕ ਅਗਰ ਸਾਰੇ ਧਰਮੀ ਨਹੀਂ ਹੋਣਗੇ ਤਾਂ ਉਹ ਫਿਰ ਜ਼ਰੂਰ ਚੋਰ ਚੱਕੀ ਰਾਜਨੀਤੀ ਹੋ ਸਕਦੀ ਹੈ। ਲੇਕਿਨ ਅਗਰ ਇੱਕ ਰਾਜਾ ਧਰਮੀ ਹੋਵੇ, ਮਿਸਾਲਾਂ ਮਿਲਦੀਆਂ ਨੇ ਸਾਡੇ ਦੇਸ਼ ਵਿੱਚ। ਬਿਕਰਮਾਜੀਤ ਜੈਸੇ ਰਾਜੇ, राजे जनक जैसे राजे, महाराजा रणजीत सिंह जैसे, बंदा सिंह बहादुर जैसे राजे, जिन्होंने अपने राज ਦੇ ਵਿੱਚ ਇਨਸਾਫ ਕੀਤਾ। ਕੋਈ ਵੀ ਉਹਨਾਂ ਦੇ ਰਾਜ ਵਿੱਚ ਦੁਖੀ ਨਹੀਂ ਸੀ ਹੋ ਸਕਦਾ, ਕਿਸੇ ਵੀ ਜ਼ਾਤ ਕੌਮ ਨਾਲ ਤਲਕ ਰੱਖਦਾ ਹੋਵੇ, ਪਰ ਉਹਨਾਂ ਰਾਜਿਆਂ ਨੇ ਬਿਲਕੁਲ ਇੱਕ ਧਰਮ ਵਾਲਾ ਰਾਜ ਕੀਤਾ। तो सही मायने ਵਿੱਚ ਰਾਜਾ ਧਰਮੀ ਹੋਣਾ ਬਹੁਤ ਜ਼ਰੂਰੀ ਹੈ। ਐਸਾ ਕਿ ਰਾਜਾ ਜਿਹੜਾ ਹੈ ਉਹ ਧਰਮੀ ਬਿਲਕੁਲ ਨਾ ਹੋਵੇ ਤੇ ਧਰਮੀ ਕਦੇ ਰਾਜਾ ਨਾ ਹੋਵੇ। ਇਹ ਵਜ੍ਹਾ ਹੈ ਅੱਜ ਦੇ ਯੁੱਗ ਵਿੱਚ ਕਿ ਅੱਜ ਦੇ ਯੁੱਗ ਦੇ ਜਿਹੜੇ ਰਾਜ ਕਰਨ ਵਾਲੇ ਨੇ ਉਹ ਲੋਕ ਸੱਚੇ ਧਰਮੀ ਨਾ ਹੋਣ ਦੇ ਕਾਰਨ ਸੰਸਾਰ 'ਤੇ ਅਨਾਰਕੀ ਮੱਚੀ ਹੋਈ ਹੈ। ਤੋ ਰਾਜੇ ਇਨਸਾਫ ਕਰਨ ਵਾਲੇ ਹੋਣੇ ਚਾਹੀਦੇ ਨੇ, ਸੱਚਾ ਸੁੱਚਾ ਰਾਜਾ ਹੋਣਾ ਚਾਹੀਦਾ ਹੈ। ਗੁਰਬਾਣੀ ਇਹ ਸਿਧਾਂਤ ਦਿੰਦੀ ਹੈ ਕਿ ਜਿਵੇਂ ਇੱਕ ਬ੍ਰਾਹਮਣ ਪਾਣੀ ਦੀ ਚੁਲੀਆਂ ਭਰ ਕੇ ਆਪਣਾ ਮੂੰਹ ਸੁੱਚਾ ਸਮਝਦਾ ਸੀ, ਸੁੱਚਾ ਕਰਦਾ ਸੀ, ਅਤੇ ਉੱਥੇ ਗੁਰੂ ਜੀ ਕਹਿੰਦੇ ਨੇ ਰਾਜੇ ਚੁਲੀ ਨਿਆਵ ਕੀ ਪੜ੍ਹਿਆ ਸੱਚ ਧਿਆਨ, ਕਿ ਰਾਜੇ ਨੂੰ ਨਿਆਂ ਚੁਲੀ ਕਰਨੀ ਚਾਹੀਦੀ ਹੈ। ਨਿਆਂਕਾਰੀ ਅਗਰ ਰਾਜਾ ਹੈ, ਨਿਆਂ ਕਰਨ ਵਾਲਾ ਹੈ, ਆਪਣੀ ਰਿਆ ਨੂੰ ਇੱਕ ਨਜ਼ਰ ਨਾਲ ਦੇਖਦਾ ਹੈ, ਇਹ ਉਹਦੇ ਕੋਲ ਨਿਆਂ ਹੈ, ਤਾਂ ਉਹ ਮਾਨੋ ਉਹਦਾ ਮੁੱਖ ਸੁੱਚਾ ਹੈ। ਪੜ੍ਹਿਆ ਸੱਚ ਧਿਆਨ, ਜਿਵੇਂ ਪੜ੍ਹੇ ਲਿਖੇ ਬੰਦੇ ਦਾ ਅਗਰ ਧਿਆਨ ਸੱਚ 'ਚ ਜੁੜੇ ਤਾਂ ਉਹਦਾ ਪੜ੍ਹਿਆ ਸਫਲ ਹੈ, ਨਹੀਂ ਤਾਂ ਉਹ ਫਿਰ ਉਹਦੀ ਪੜ੍ਹਾਈ ਵੀ ਕਿਸੇ ਕੰਮ ਨਹੀਂ ਹੈ। ਤੋ ਸਿੱਖ ਧਰਮ ਵਿੱਚ ਜੋ ਹੈ, ਜੋ ਸਿੱਖ ਪੰਥ ਜੋ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੋ ਤੁਰਦੇ ਹਨ, ਉਹਨਾਂ ਵਿੱਚ ਸਿਆਸਤ ਅਤੇ ਧਰਮ ਦਾ ਸੁਮੇਲ ਹੈ, ਸ਼ਕਤੀ ਅਤੇ ਭਗਤੀ ਦਾ ਸੁਮੇਲ ਹੈ, ਜਿਹੜਾ ਅਸੀਂ ਕੱਲ੍ਹ ਦੀ ਵੀਡੀਓ ਵਿੱਚ ਵਿਚਾਰ ਕੀਤੀ ਸੀ। ਤੋ ਐਸਾ ਨਹੀਂ ਹੈ ਕਿ ਇੱਕ ਧਰਮੀ ਬੰਦਾ ਸਿਆਸਤ ਵਿੱਚ ਉਹ ਆਲ ਨਹੀਂ ਸਕਦਾ, ਉਹ ਰਾਜਨੀਤੀ ਵਿੱਚ ਨਹੀਂ ਆ ਸਕਦਾ। ਸਹੀ ਮਾਇਨੇ ਵਿੱਚ ਰਾਜਨੀਤਿਕ ਹੋਣਾ ਹੀ ਧਰਮੀ ਚਾਹੀਦਾ ਹੈ। ਰਾਜਨੀਤਿਕ ਜਦੋਂ ਧਰਮੀ ਨਹੀਂ ਹੋਵੇਗਾ ਤਾਂ ਚੰਗੇਜ਼ ਖਾਂ ਵਰਗੇ, ਸਿਕੰਦਰ ਵਰਗੇ ਰਾਜੇ ਹੋ ਜਾਣਗੇ, ਦੁਨੀਆ ਲੁੱਟਣ ਵਾਲੇ, ਅਤੇ ਆਪ ਹੀ ਆਪਣੀ ਜ਼ਿੰਦਗੀ ਬਰਬਾਦ ਕਰਨ ਵਾਲੇ। ਆਪਣੇ ਜੀਵਨ ਦਾ ਉਹਨਾਂ ਨੇ ਮਕਸਦ ਨਹੀਂ ਸਮਝਿਆ ਹੁੰਦਾ, ਬਸ ਕੇਵਲ ਮੁਲਕਗਿਰੀ ਦੀ ਸ਼ੌਂਕ ਹੁੰਦੀ ਹੈ। ਦੂਜੇ ਰਾਜਾਂ ਉੱਤੇ ਹਮਲੇ ਕਰਕੇ, ਕਤਲੋ ਗਾਰਤ ਆਪਣੀ ਫੌਜਾਂ ਦੇ ਵੀ ਕਰਵਾ ਕੇ, ਦੂਜੇ ਦੇ ਵੀ ਕਰਕੇ, ਖੂਨ ਬਹਾ ਕੇ ਆਪਣੇ ਮੁਤਹਿਦ ਇਲਾਕਾ ਵਿਧਾਨ ਵਿੱਚ ਹੀ ਉਹ ਸਮਝਦੇ ਹਨ ਬਹਾਦਰ, ਇਹ ਰਾਜਪੂਤ ਬਣਾ, ਇਹ ਰਾਜਾਪਣ ਹੈ। ਲੇਕਿਨ ਐਸਾ ਨਹੀਂ ਹੈ। ਐਸੇ ਰਾਜ ਗੁਰੂ ਸਾਹਿਬ ਨੇ ਪਸੰਦ ਨਹੀਂ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਐਸੇ ਰਾਜ ਨੂੰ ਪ੍ਰਵਾਨ ਨਹੀਂ ਕਰਦੇ ਜਿਹਦੇ ਵਿੱਚ ਲੋਭ ਲਾਲਚ ਹੋਵੇ, ਬੇਇਨਸਾਫੀ ਹੋਵੇ, ਅਨਿਆਂ ਹੋਵੇ, ਬੰਦੇ ਦੀ ਭੁੱਖ ਮਿਟੇ ਹੀ ਨਾ। ਤਾਂ ਇਸ ਵਾਸਤੇ ਜੋ ਰਾਜ ਦੇ ਤਾਂ ਕਵਨ ਵਡਾਈ, ਇਹ ਪਰਮਾਤਮਾ ਜੇ ਤੂੰ ਮੈਨੂੰ ਰਾਜ ਪਾਠ ਵੀ ਦੇ ਦੇਵੇਂ ਤਾਂ ਇਹਦੀ ਕੋਈ ਬੜੀ ਵਡਿਆਈ ਦੀ ਗੱਲ ਨਹੀਂ। ਜੋ ਭੀਖ ਮੰਗਾਵੇਂ ਤਾਂ ਕਿਆ ਘਟ ਜਾਈ। ਇੱਥੇ ਕੋਈ ਰਾਜ ਦਾ ਮਦ ਨਹੀਂ ਹੈ, ਰਾਜ ਦਾ ਲੋਭ ਨਹੀਂ ਹੈ। ਵੇ ਸਿੱਖ ਜਾਂ ਗੁਰੂ ਸਾਹਿਬ ਦਾ ਜੋ ਸਿੱਖ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਜਿਹੜਾ ਹੈ, ਉਹ ਰਾਜ ਦਾ ਲੋਭੀ ਹੈ, ਇਸ ਲਈ ਉਹ ਰਾਜ ਚਾਹੁੰਦਾ ਹੈ, ਇਸ ਲਈ ਉਹ ਰਾਜਨੀਤੀ ਚਾਹੁੰਦਾ ਹੈ। ਨਹੀਂ, ਉਹ ਰਾਜ ਇਸ ਲਈ ਚਾਹੁੰਦਾ ਹੈ ਕਿ ਇਨਸਾਫ ਹੋ ਸਕੇ, ਕਿਉਂਕਿ ਜਿਹੜੇ ਅਧਰਮੀ ਰਾਜੇ ਹੁੰਦੇ ਹਨ ਹੋਰ ਧਰਮੀ ਲੋਕਾਂ ਨੂੰ ਵੀ ਸੁੱਖ ਨਾਲ ਨਹੀਂ ਜੀਣ ਦਿੰਦੇ। ਗੁਰੂ ਅਰਜਨ ਦੇਵ ਜੀ ਨੇ ਕੋਈ ਇਲਾਕਾ ਨਹੀਂ ਸੀ ਮੱਲਿਆ, ਪਰ ਵਕਤ ਦੇ ਰਾਜੇ ਨੇ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੋਈ ਇਲਾਕਾ ਨਹੀਂ ਮੱਲਿਆ, ਨਾ ਹੀ ਕਿਤੇ ਜ਼ੁਲਮ ਕੀਤਾ, ਪਰ ਉਸ ਵਕਤ ਦੇ ਸਿਆਸੀ ਰਾਜਿਆਂ ਨੇ ਉਹਨਾਂ ਨੂੰ ਮਜਬੂਰ ਕੀਤਾ ਕਿ ਉਹ ਸ਼ਸਤਰ ਚੁੱਕਣ, ਹਥਿਆਰ ਚੁੱਕਣ ਦੇ ਰਾਜਿਆਂ ਦੇ ਖਿਲਾਫ ਬਗਾਵਤ ਕਰਨ। ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਤੱਕ ਖਾਲਸੇ ਨੂੰ ਇਤਨਾ ਮਜਬੂਰ ਕੀਤਾ ਗਿਆ ਕਿ ਖਾਲਸੇ ਨੂੰ ਆਪਣਾ ਰਾਜ ਕਾਇਮ ਕਰਨਾ ਪਿਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਕਰੀਬਨ 40 ਸਾਲ ਦੇ ਕਰੀਬ ਇਹ ਰਾਜ ਰਿਹਾ, ਪੂਰਾ ਇਨਸਾਫ ਰਿਹਾ ਉਹਦੇ ਰਾਜ ਵਿੱਚ। ਇੱਕ ਵੀ ਕਿਸੇ ਬੰਦੇ ਨੂੰ ਫਾਂਸੀ ਦੀ ਸਜ਼ਾ ਨਹੀਂ ਦੇਣੀ ਪਈ, ਇਤਨਾ ਅਮਨੋ ਅਮਾਨ ਸੀ। ਹਰ ਕੌਮ ਦਾ ਬੰਦਾ ਉਹਦੇ ਰਾਜ ਵਿੱਚ ਸੁਖੀ ਸੀ। ਗੁਰਮਤਿ ਕੋਈ ਰਾਜ ਦੀ ਭੁੱਖੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਐਸੇ ਭਗਤ ਪੈਦਾ ਨਹੀਂ ਕਰਦੀ ਜਿਹੜੇ ਰਾਜ ਦੇ ਭੁੱਖੇ ਨੇ। ਉਹ ਤਾਂ ਕਹਿੰਦੇ ਨੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਪਰਮਾਤਮਾ ਦੇ ਚਰਨਾਂ ਕਮਲਾਂ ਦੀ ਪ੍ਰੀਤ ਹੋਣੀ ਚਾਹੀਦੀ ਹੈ। ਉਹ ਰਾਜ ਨਹੀਂ ਚਾਹੁੰਦੇ, ਨਾ ਹੀ ਮੁਕਤੀ ਚਾਹੁੰਦੇ ਨੇ।
ਉਹ ਤੇ ਸਗੋਂ ਉਹਨਾਂ ਰਾਜਿਆਂ ਦੇ ਖਿਲਾਫ ਰਾਜ ਕਾਇਮ ਕਰਨਾ ਚਾਹੁੰਦੇ ਨੇ ਜਿਨ੍ਹਾਂ ਲਈ ਗੁਰੂ ਨਾਨਕ ਸਾਹਿਬ ਨੇ ਦੇਖਿਆ ਸੀ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਨ ਬੈਠੇ ਸੁੱਤੇ। ਜਿਹੜੇ ਰਾਜੇ ਸ਼ੇਰਾਂ ਵਰਗੇ ਬਣ ਜਾਂਦੇ ਨੇ ਤੇ ਉਹਨਾਂ ਦੇ ਵਜ਼ੀਰ ਮੁਕੱਦਮ ਅੱਗੇ ਕੁੱਤਿਆਂ ਵਰਗੇ ਕਰਮ ਕਰਦੇ ਨੇ, ਸੁੱਤੇ ਬੈਠੇ ਲੋਕਾਂ ਨੂੰ, ਅਮਨ ਪਸੰਦ ਲੋਕਾਂ ਨੂੰ ਜੰਗਾਂ ਯੁੱਧਾਂ ਵਿੱਚ ਜਾ ਕੇ ਉਲਝਾਉਂਦੇ ਨੇ, ਉਹਨਾਂ ਨੂੰ ਪਰੇਸ਼ਾਨ ਕਰਦੇ ਨੇ। ਐਸੇ ਰਾਜਿਆਂ ਦੇ ਰਾਜ ਖਤਮ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਧਰਮੀ ਰਾਜੇ ਹੋਣ ਦਾ ਜੋ ਹੱਕ ਹੈ ਇਹ ਇਨਸਾਨ ਨੂੰ ਦਿੰਦਾ ਹੈ ਕਿ ਹਰ ਇਨਸਾਨ ਧਰਮੀ ਵੀ ਹੋਵੇ, ਉਹ ਭਗਤ ਵੀ ਹੋਵੇ, ਉਹ ਰਾਜਾ ਵੀ। ਇਸੇ ਵਾਸਤੇ ਗੁਰਬਾਣੀ ਨੂੰ ਮੰਨਣ ਵਾਲੇ ਉਹ ਰਾਜ ਜੋਗੀ ਪੈਦਾ ਹੋਏ। ਰਾਜੇ ਵੀ ਸਨ ਪਰ ਜੋਗੀ ਵੀ ਭਾਵ ਧਰਮੀ ਵੀ ਸਨ ਅਤੇ ਰਾਜ ਪਾਠ ਵਰਗੇ ਕੰਮ ਵੀ ਉਹਨਾਂ ਨੇ ਕੀਤੇ। ਗੁਰੂ ਸਾਹਿਬ ਦੀਆਂ ਫੌਜਾਂ ਸਨ, ਜੰਗ ਯੁੱਧ ਵੀ ਕਰਦੀਆਂ ਸਨ, ਲੇਕਿਨ ਇਹਨਾਂ ਫੌਜਾਂ ਨੇ ਕਦੇ ਵੀ ਜ਼ੁਲਮ ਨਹੀਂ ਕੀਤੇ, ਕਦੇ ਵੀ ਕਿਸੇ 'ਤੇ ਹਮਲਾਵਰ ਹੋ ਕੇ ਨਹੀਂ ਗਏ, ਬਲਕਿ ਆਪਣੇ ਉੱਤੇ ਆਉਣ ਵਾਲੇ ਨਾਜਾਇਜ਼ ਹਮਲਾਵਰ ਜਿਹੜੇ ਸਨ ਉਹਨਾਂ ਦਾ ਜਵਾਬ ਉਹਨਾਂ ਹਥਿਆਰਾਂ ਨਾਲ ਹੀ ਦਿੱਤਾ। ਐਸੋ ਰਾਜ ਨਾ ਕੀਤਾ ਕਾਜਿਤ ਨੇ ਤ੍ਰਿਪਤਾਵੇ। ਇਹੋ ਜਿਹੇ ਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਜਾਰੀ ਨਹੀਂ ਚਾਹੁੰਦੇ ਜਿਹਦੇ ਨਾਲ ਬੰਦਾ ਰਜੇ ਹੀ ਨਾ, ਉਹ ਭੁੱਖਾ ਹੀ ਰਹੇ ਰਾਜ ਪਾਠ ਦਾ, ਉਹ ਸੋਨੇ ਚਾਂਦੀ ਦਾ ਭੁੱਖਾ ਰਵੇ, ਉਹ ਦੁਨੀਆ ਨੂੰ ਲੁੱਟ ਖਸੁੱਟ ਕਰਕੇ ਆਪਣੇ ਖਜ਼ਾਨੇ ਭਰੇ। ਐਸਾ ਰਾਜ ਗੁਰਸਿੱਖਾਂ ਨੂੰ ਪ੍ਰਵਾਨ ਨਹੀਂ। ਕੱਟਿਆ ਤੇਰਾ ਅਹੰਗ ਰੋਗ ਤੂੰ ਕਰ ਪ੍ਰਸਾਦ ਰਾਜ ਜੋਗ। ਪਹਿਲੇ ਆਪਣੇ ਅੰਦਰੋਂ ਅਹੰਗ ਰੋਗ ਹੰਕਾਰ ਕੱਟਿਆ ਜਾਏ ਵੀ ਮੈਂ ਰਾਜਾ ਹਾਂ, ਮੈਂ ਕਮੰਡੀ ਹਾਂ, ਮੈਂ ਹੂੰ ਮਾਰੂ ਹੂੰ ਬਾਂਧੂ ਛੋਡੂ। ਮੁਕਤ ਇਹ ਬਵਾੜ ਹੈ। ਇਹ ਜੇ ਬਵਾੜਨ ਵਾਲੇ ਰਾਜੇ, ਹੰਕਾਰੀ ਰਾਜੇ, ਇਹ ਗੁਰੂ ਗ੍ਰੰਥ ਸਾਹਿਬ ਬਣਨ ਨੂੰ ਨਹੀਂ ਪ੍ਰੇਰਦੇ, ਬਲਕਿ ਕੱਟਿਆ ਤੇਰਾ ਅਹੰਗ ਰੋਗ। ਸਭ ਤੋਂ ਪਹਿਲੇ ਆਪਣਾ ਹੰਕਾਰ ਦਾ ਰੋਗ ਕੱਟਿਆ ਜਾਵੇ। ਤੂੰ ਗੁਰੂ ਪ੍ਰਸਾਦ ਕਰ ਰਾਗ ਜੋਗ। ਤੂੰ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਨਾਲ ਧਰਮੀ ਰਾਜਾ ਬਣ। ਉਹ ਰਾਜ ਔਰ ਜੋਗ, ਭਗਤੀ ਔਰ ਸ਼ਕਤੀ ਦੋਵਾਂ ਨੂੰ ਆਪਸ ਦਾ ਸੁਮੇਲ ਕਰ। ਐਸਾ ਕੋਈ ਦੁਬਦਾ ਮਾਰ ਗਵਾਵੇ। ਜਿਹੜਾ ਬੰਦਾ ਇਸ ਦੋ ਪਾਸੇ ਪੈਰ ਰੱਖਣ ਵਾਲੀ ਅਵਸਥਾ, ਸੁਰਤੀ ਜਿਸ ਦੀ ਟਿਕਾਓ ਵਿੱਚ ਨਾ ਹੋਵੇ, ਦੁਬਦਾ ਵਿੱਚ ਹੋਵੇ, ਤਾਂ ਪਹਿਲਾਂ ਉਹ ਆਪਣੇ ਅੰਦਰੋਂ ਦੁਬਦਾ ਮਾਰ ਕੇ ਗਵਾਵੇ। ਇਸੇ ਮਾਰ ਰਾਜ ਜੋਗ ਕਮਾਵੇ। ਉਹ ਇਸ ਦੁਬਦਾ ਨੂੰ ਅੰਦਰੋਂ ਮਾਰ ਕੇ, ਦੁਚਿੱਤੇਪਣ ਨੂੰ ਅੰਦਰੋਂ ਮਾਰ ਕੇ ਇੱਕ ਪਰਮਾਤਮਾ ਦੀ ਤਰਫੋਂ ਸੰਸਾਰ 'ਤੇ ਰਾਜ ਕਰੇ, ਰੱਬ ਦਾ ਰਾਜ ਕਾਇਮ ਕਰੇ, ਜਿਹੜਾ ਹਰ ਪਾਸੇ ਐਸਾ ਲੱਗੇ ਕਿ ਕੁਦਰਤ ਦਾ ਰਾਜ ਹੈ। ਪਰਮਾਤਮਾ ਦੇ ਹੁਕਮ ਬਜਾ ਲਾਉਣ ਵਾਲਾ ਰਾਜਾ ਹੋਵੇ, ਆਪਣੇ ਹੁਕਮ ਮਨਮਰਜ਼ੀ ਦੇ ਹੁਕਮ ਚਲਾਉਣ ਵਾਲਾ ਰਾਜਾ ਨਾ ਹੋਵੇ। ਐਸਾ ਰਾਜ ਜੋਗ ਹੋਵੇ। ਜਿਸ ਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਹਾਨ। ਅਗਰ ਰਾਜਾ ਹੋ ਕੇ ਉਹ ਅਭਿਮਾਨੀ ਹੈ, ਹੰਕਾਰੀ ਹੈ, ਘਮੰਡੀ ਹੈ, ਤਾਂ ਫਿਰ ਉਹ ਆਪਣੀ ਮੁਖਾਲਫ ਜਿਹਨਾਂ ਕੌਮਾਂ ਨੂੰ ਸਮਝਦਾ ਹੈ ਜਾਂ ਮੁਖਾਲਫ ਮੁਲਕ ਜਿਹਨਾਂ ਨੂੰ ਸਮਝਦਾ ਹੈ, ਜਿਹਨਾਂ ਨੂੰ ਆਪਣੇ ਦੁਸ਼ਮਣ ਸਮਝਦਾ ਹੈ, ਉਹਨਾਂ ਨੂੰ ਫਿਰ ਚੈਨ ਨਾਲ ਜੀਣ ਨਹੀਂ ਦਿੰਦਾ। ਉਹਨਾਂ ਦਾ ਕੋਈ ਕਸੂਰ ਹੋਵੇ ਨਾ ਹੋਵੇ, ਉਹਨਾਂ ਨੂੰ ਜ਼ੁਲਮੋ ਸਿਤਮ ਕਰਦਾ ਹੈ। ਅਤੇ ਗੁਰਬਾਣੀ ਤਾਂ ਇਹ ਚਾਹੁੰਦੀ ਹੈ ਵੀ ਸੰਸਾਰ 'ਤੇ ਇੱਕ ਹਲੀਮੀ ਰਾਜ ਹੋਵੇ, ਐਸਾ ਸੁਖਮਈ ਰਾਜ ਹੋਵੇ ਜਿਹਦੇ ਵਿੱਚ ਕਿਸੇ ਕਿਸਮ ਦਾ ਕੋਈ ਜ਼ੁਲਮੋ ਸਿਤਮ ਨਾ ਹੋਵੇ। ਹਰ ਪਾਸੇ ਨਿਆਂ ਹੋਵੇ, ਇਨਸਾਫ ਹੋਵੇ। ਰਾਜਾ ਆਪਣੀ ਰਿਆਇ ਵਿੱਚ ਹਰ ਇਨਸਾਨ ਨੂੰ ਇੱਕ ਨਜ਼ਰ ਨਾਲ ਦੇਖੇ, ਇੱਕ ਜੈਸਾ ਸਲੂਕ ਕਰੇ। ਉਹ ਆਪਣੇ ਸੁੱਖਾਂ ਨਾਲੋਂ ਸੰਸਾਰ ਦੇ ਸੁੱਖ ਜ਼ਿਆਦਾ ਚਾਹੇ। ਉਹ ਆਪਣੀ ਰਿਆਇ ਨੂੰ ਆਪਣੇ ਬੱਚਿਆਂ ਸਮਾਨ ਸਮਝੇ, ਆਪਣੀ ਔਲਾਦ ਸਮਾਨ ਸਾਰੇ ਰਿਆਇ ਨੂੰ ਸਮਝ ਕੇ ਉਹਨਾਂ ਦਾ ਸਤਿਕਾਰ ਕਰੇ ਔਰ ਉਹਨਾਂ ਦੇ ਹੱਕਾਂ ਦੀ ਰਾਖੀ ਕਰੇ। ਰਾਜੇ ਦਾ ਧਰਮ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਕਰੇ। ਉਹ ਆਪਣੀਆਂ ਫੌਜਾਂ ਰਾਹੀਂ, ਆਪਣੀ ਪੁਲਿਸ ਦੇ ਰਾਹੀਂ ਲੋਕਾਂ ਦੀ ਇਨਸਾਫ ਕਰੇ। ਇੱਕ ਕੌਮ ਦੇ ਲਈ ਕਾਨੂੰਨ ਹੋਰ ਹੋਵੇ, ਦੂਜੀ ਲਈ ਹੋਰ ਹੋਵੇ। ਇੱਕ ਮੁਲਕ ਦੇ ਵਿੱਚ ਉਹੀ ਜੁਰਮ ਇੱਕ ਕੌਮ ਦਾ ਬੰਦਾ ਕਰੇ ਜਿਹੜੀ ਰਾਜੇ ਨੂੰ ਪਸੰਦ ਹੋਵੇ ਜਾਂ ਰਾਜੇ ਦੀ ਕੌਮ ਹੋਵੇ, ਅਤੇ ਉਹਦੇ ਉੱਤੇ ਕੋਈ ਜੁਰਮ ਨਾ ਲਗਾਇਆ ਜਾਵੇ। ਦੂਜੇ ਪਾਸੇ ਉਹੀ ਗੱਲ ਅਗਰ ਕੋਈ ਦੂਸਰੀ ਕੌਮ ਦਾ ਕਰੇ ਤਾਂ ਉਹ ਰਾਜਾ ਉਹਦੇ ਉੱਤੇ ਜ਼ੁਲਮ ਕਰੇ, ਉਹਨੂੰ ਪਕੜ ਕੇ ਫੌਰਨ ਜੇਲ੍ਹਾਂ ਵਿੱਚ ਦੇ ਦੇਵੇ, ਉਹਦੇ ਖਿਲਾਫ ਝੂਠੇ ਸੱਚੇ ਮੁਕੱਦਮੇ ਬਣਾ ਕੇ ਪਰੇਸ਼ਾਨ ਕਰੇ। ਐਸਾ ਰਾਜਾ ਨਹੀਂ ਹੋਣਾ ਚਾਹੀਦਾ। ਐਸਾ ਰਾਜਾ ਗੁਰੂ ਗ੍ਰੰਥ ਸਾਹਿਬ ਬਣਨ ਨੂੰ ਨਕਾਰਦੇ ਹਨ। ਰਾਜਾ ਇਨਸਾਫ ਵਾਲਾ ਹੋਵੇ, ਧਰਮੀ ਰਾਜਾ ਹੋਵੇ। ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਇਹ ਆਪਣੇ ਭਗਤਾਂ ਨੂੰ ਇੱਕ ਸੱਚਾ ਰਾਜ, ਰੱਬੀ ਰਾਜ ਕਾਇਮ ਕਰਨ ਵਾਸਤੇ ਪ੍ਰੇਰਦੀ ਹੈ। ਤੋ ਖਾਲਸਾ ਅਸਲ ਵਿੱਚ ਕੀ ਸੀ? ਖਾਲਸਾ ਉਹ ਫੌਜ ਹੈ, ਖਾਲਸਾ ਅਕਾਲ ਪੁਰਖ ਦੀ ਫੌਜ, ਜਿਹੜੀ ਪਰਮਾਤਮਾ ਦੀ ਫੌਜ ਹੈ। ਮਾਨੋ ਰੱਬੀ ਰਾਜ ਕਾਇਮ ਕਰਨ ਵਾਲੀ ਫੌਜ ਨੂੰ ਕਹਿੰਦੇ ਨੇ ਖਾਲਸਾ। ਖਾਲਸਾ ਅਕਾਲ ਪੁਰਖ ਦੀ ਫੌਜ, ਜਿਹੜੀ ਕਿਸੇ ਇੱਕ ਰਾਜੇ ਦੀ ਫੌਜ ਨਹੀਂ, ਇੱਕ ਮੁਲਕ ਨੂੰ ਉਹ ਰਾਖੀ ਕਰਦੀ ਫਿਰਦੀ ਹੈ। ਖਾਲਸਾ ਉਹ ਹੈ ਜਿਹੜੇ ਸਾਰੇ ਸੰਸਾਰ ਦਾ ਰਾਖਾ ਬਣਦਾ ਹੈ। ਸੰਸਾਰ ਦੇ ਕਿਸੇ 'ਤੇ ਵੀ ਜ਼ੁਲਮ ਸੁਤਮ ਹੁੰਦਾ ਖਾਲਸਾ ਬਰਦਾਸ਼ਤ ਨਹੀਂ ਕਰਦਾ। ਸੰਸਾਰ ਸਾਰੇ ਦੇ ਦੁੱਖ ਹਰਨ ਵਾਸਤੇ ਜਿਹੜਾ ਖਾਲਸਾ ਹਰ ਵੇਲੇ ਤਿਆਰ ਰਵੇ, ਉਹ ਗੁਰੂ ਸਾਹਿਬ ਦਾ ਖਾਲਸਾ ਸੀ। ਜਿਹੜੇ ਰੱਬੀ ਹੁਕਮਾਂ ਨੂੰ ਸੰਸਾਰ 'ਤੇ ਲਾਗੂ ਕਰਨ ਵਾਲੀ ਫੌਜ, ਇਹ ਖਾਲਸਾ ਪੰਥ ਹੈ। ਤੋ ਐਸਾ ਰਾਜ ਜੋਗ ਦਾ ਸੁਮੇਲ
ਇਹ ਗੁਰੂ ਗ੍ਰੰਥ ਸਾਹਿਬ ਜੀ ਸੀ ਪ੍ਰੇਰਣਾ ਕਰਦੇ ਨੇ। ਅਗਰ ਅੱਜ ਦੇ ਯੁੱਗ ਵਿੱਚ ਸੰਸਾਰ ਦੇ ਸਾਰੇ ਸਿਆਸੀ ਲੋਕ, ਰਾਜੇ ਲੋਕ ਅਗਰ ਇਸ ਕਿਸਮ ਦੇ ਰਾਜ ਦੀ ਪਰਿਭਾਸ਼ਾ ਨੂੰ ਸਮਝਣ ਤੇ ਸੰਸਾਰ ਤੇ ਜੋ ਕਤਲੋ ਗਾਰਤ, ਜੰਗ ਯੁੱਧ ਛਿੜੇ ਹੋਏ ਨੇ, ਜੋ ਬੇਇਨਸਾਫੀ, ਰੋਜ਼ ਹੜਤਾਲਾਂ, ਧਰਨੇ, ਕਈ ਕਿਸਮ ਦੀ ਕਤਲੋ ਗਾਰਤ, ਇਹ ਸਾਰੀ ਬੰਦ ਹੋ ਕੇ ਇੱਕ ਅਮਨੋ ਅਮਾਨ ਵਾਲਾ ਹਲੇਮੀ ਰਾਜ ਕਾਇਮ ਹੋ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।